ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਬੀ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਪੁਸਤਕ ਵਿੱਚ ਦਰਜ ਚਿੱਠੀ ਪੱਤਰ ਅਖਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਪੱਤਰ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚਿੱਠੀ ਪੱਤਰ ਕਿਸ ਨੂੰ ਆਖਦੇ ਹਨ। ਚਾਹੇ ਕਿ ਸੂਚਨਾ ਦੇ ਖੇਤਰ ਵਿੱਚ ਕ੍ਰਾਂਤੀ ਨੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਦਿੱਤੀ ਹੈ, ਪਰੰਪਰਾਗਤ ਚਿੱਠੀ ਪੱਤਰ ਦੀ ਥਾਂ ਮੋਬਾਈਲ ਫੋਨ, ਇੰਟਰਨੈਟ ਅਤੇ ਈਮੇਲ ਨੇ ਲੈ ਲਈ ਹੈ। ਪਰੰਤੂ ਫਿਰ ਵੀ ਚਿੱਠੀ ਪੱਤਰ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਸਕੂਲ ਪੜ੍ਹਦਿਆਂ ਦਾਖਲਾ ਲੈਣ ਲਈ, ਕਿਸੇ ਵਿਦਿਅਕ ਟੂਰ 'ਤੇ ਜਾਣ ਦੀ ਮਨਜ਼ੂਰੀ ਲੈਣ, ਫੀਸ ਜਾਂ ਜੁਰਮਾਨਾ ਮਾਫ਼ ਕਰਵਾਉਣ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਆਦਿ ਵਿਸ਼ਿਆਂ ਲਈ ਬਿਨੇ ਪੱਤਰ ਲਿਖਣੇ ਪੈਂਦੇ ਹਨ। ਉਚੇਰੀ ਪੜ੍ਹਾਈ ਕਰਦਿਆਂ ਵੀ ਸਮੇਂ-ਸਮੇਂ 'ਤੇ ਅਜਿਹੇ ਬਿਨੇ ਪੱਤਰ ਲਿਖੇ ਜਾਂਦੇ ਹਨ। ਵਪਾਰਿਕ ਕੰਮਾਂ ਕਾਰਾਂ ਵਿੱਚ ਤਾਂ ਪੱਤਰਾਂ ਰਾਹੀਂ ਲੱਖਾਂ ਕਰੋੜਾਂ ਦਾ ਵਣਜ ਹੁੰਦਾ ਹੈ। ਨਿੱਜੀ ਜੀਵਨ ਵਿੱਚ ਤਾਂ ਚਿੱਠੀ ਪੱਤਰ ਰਾਹੀਂ ਸੰਪਰਕ ਹੋਣ ਨੂੰ ਅੱਧਾ ਮਿਲਾਪ ਕਿਹਾ ਜਾਂਦਾ ਰਿਹਾ ਹੈ। ਚਿੱਠੀ ਪੱਤਰ ਮੁੱਖ ਰੂਪ ਵਿੱਚ 6 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਨਿੱਜੀ ਜਾਂ ਘਰੋਗੀ ਪੱਤਰ। ਇਹ ਪੱਤਰ ਆਪਣੇ ਮਿੱਤਰਾਂ, ਸਹੇਲੀਆਂ, ਪਰਿਵਾਰ ਦੇ ਮੈਂਬਰਾਂ, ਦੂਰ ਨੇੜੇ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਨਿੱਜੀ ਜਾਂ ਘਰੋਗੀ ਜੀਵਨ ਦੀਆਂ ਸੂਚਨਾਵਾਂ ਦੇਣ ਜਾਂ ਲੈਣ, ਸਮੱਸਿਆਵਾਂ ਵਿਚਾਰਨ ਅਤੇ ਸੰਪਰਕ ਕਾਇਮ ਰੱਖਣ ਲਈ ਲਿਖੇ ਜਾਂਦੇ ਹਨ। ਇਹਨਾਂ ਨੂੰ ਆਮ ਤੌਰ 'ਤੇ ਚਿੱਠੀਆਂ ਕਿਹਾ ਜਾਂਦਾ ਹੈ। ਦੂਸਰੀ ਕਿਸਮ ਹੈ ਬੇਨਤੀ ਪੱਤਰ। ਅਜਿਹੇ ਪੱਤਰ ਵੱਖ-ਵੱਖ ਮਹਿਕਮਿਆਂ, ਅਦਾਰਿਆਂ, ਸੰਸਥਾਵਾਂ ਦੇ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ। ਇਹਨਾਂ ਵਿੱਚ ਉਹਨਾਂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਜਾਂ ਲੋੜਾਂ ਬਾਰੇ ਜ਼ਿਕਰ ਕੀਤਾ ਗਿਆ ਹੁੰਦਾ ਹੈ। ਇਹਨਾਂ ਨੂੰ ਬੇਨਤੀ ਪੱਤਰ, ਬਿਨੇ ਪੱਤਰ ਜਾਂ ਅਰਜ਼ੀ ਕਿਹਾ ਜਾਂਦਾ ਹੈ। ਤੀਸਰੀ ਕਿਸਮ ਹੈ ਵਪਾਰਿਕ ਪੱਤਰ। ਇਹ ਪੱਤਰ ਵਪਾਰਿਕ ਸੰਸਥਾਵਾਂ ਜਾਂ ਵਪਾਰ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਵਪਾਰ ਦੇ ਸੰਬੰਧ ਵਿੱਚ ਲਿਖੇ ਜਾਂਦੇ ਹਨ। ਚੌਥੀ ਕਿਸਮ ਹੈ ਦਫ਼ਤਰੀ ਪੱਤਰ। ਇਹ ਪੱਤਰ ਇੱਕ ਅਧਿਕਾਰੀ ਵੱਲੋਂ ਦੂਜੇ ਅਧਿਕਾਰੀ ਜਾਂ ਕਿਸੇ ਆਮ ਨਾਗਰਿਕ ਨੂੰ ਲਿਖੇ ਜਾਂਦੇ ਹਨ। ਪੰਜਵੀਂ ਕਿਸਮ ਹੈ ਅਰਧ ਸਰਕਾਰੀ ਪੱਤਰ। ਇਸ ਪ੍ਰਕਾਰ ਦੇ ਪੱਤਰ ਅਧਿਕਾਰੀਆਂ ਵੱਲੋਂ ਸੰਬੰਧਿਤ ਵਿਅਕਤੀਆਂ ਜਾਂ ਅਧਿਕਾਰੀਆਂ ਨੂੰ ਦਫ਼ਤਰੀ ਕੰਮਾਂ ਬਾਰੇ ਲਿਖੇ ਜਾਂਦੇ ਹਨ। ਛੇਵੀਂ ਕਿਸਮ ਹੈ ਫੁਟਕਲ ਪੱਤਰ। ਸਮਾਚਾਰ ਪੱਤਰਾਂ ਅਤੇ ਰਿਸਾਲਿਆਂ ਦੇ ਸੰਪਾਦਕਾਂ, ਰੇਡੀਓ ਅਤੇ ਟੈਲੀਵਿਜ਼ਨ ਦੇ ਡਾਇਰੈਕਟਰਾਂ ਆਦਿ ਨੂੰ ਪ੍ਰੋਗਰਾਮਾਂ ਬਾਰੇ
ਟਿੱਪਣੀਆਂ, ਸੁਝਾਅ ਜਾਂ ਸਿਫਾਰਿਸ਼ ਕਰਨ ਬਾਰੇ ਲਿਖੇ ਜਾਂਦੇ ਹਨ। ਇਸ ਤਰ੍ਹਾਂ ਦੇ ਪੱਤਰ ਇਸ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਚਿੱਠੀ ਪੱਤਰ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਭਾਵ ਦੂਜਿਆਂ ਤੱਕ ਪਹੁੰਚਾਉਂਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਦੂਜਿਆਂ ਉੱਤੇ ਚੰਗਾ ਪ੍ਰਭਾਵ ਪਵੇ। ਇਹ ਚੰਗਾ ਪ੍ਰਭਾਵ ਚਿੱਠੀ ਪੱਤਰ ਨੂੰ ਚੰਗੇ ਢੰਗ ਨਾਲ ਲਿਖ ਕੇ ਹੀ ਪਾਇਆ ਜਾ ਸਕਦਾ ਹੈ। ਹੁਣ ਅਸੀਂ ਫੁਟਕਲ ਚਿੱਠੀ ਪੱਤਰ ਅਧੀਨ ਆਉਂਦੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਬਾਰੇ ਗੱਲਬਾਤ ਕਰਾਂਗੇ। ਅਖਬਾਰ ਜਾਂ ਸਮਾਚਾਰ ਪੱਤਰ ਸਾਡੀ ਅਜੋਕੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹਨ। ਅਖਬਾਰਾਂ ਰਾਹੀਂ ਸਾਨੂੰ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਨਿੱਕੀਆਂ ਵੱਡੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। ਇਸ ਦੇ ਨਾਲ ਨਾਲ ਕਿਸੇ ਅਖਬਾਰ ਦਾ ਇੱਕ ਅੰਗ ਉਸ ਦੇ ਪਾਠਕਾਂ ਵੱਲੋਂ ਲਿਖੇ ਪੱਤਰ ਹੁੰਦੇ ਹਨ। ਇਹਨਾਂ ਪੱਤਰਾਂ ਵਿੱਚ ਪਾਠਕ ਆਪਣੀ ਰੁਚੀ, ਸੋਚ ਅਤੇ ਜ਼ਰੂਰਤ ਮੁਤਾਬਕ ਕਿਸੇ ਨਾ ਕਿਸੇ ਵਿਸ਼ੇ ਬਾਰੇ ਆਪਣੀਆਂ ਰਾਵਾਂ ਲਿਖਦੇ ਹਨ। ਦਲੀਲ ਸਹਿਤ ਢੁਕਵੇਂ ਲਿਖੇ ਪੱਤਰ ਅਖਬਾਰਾਂ ਵਿੱਚ ਛਪ ਜਾਂਦੇ ਹਨ। ਲੋਕ ਰਾਜ ਵਿੱਚ ਅਖਬਾਰਾਂ ਨੂੰ ਪੱਤਰ ਲਿਖਣ ਦਾ ਰੁਝਾਨ ਕਈ ਪੱਖਾਂ ਤੋਂ ਲਾਹੇਵੰਦ ਹੈ। ਇਸ ਤਰ੍ਹਾਂ ਆਮ ਨਾਗਰਿਕ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਭਾਗੀਦਾਰ ਬਣ ਜਾਂਦਾ ਹੈ। ਪੱਤਰ ਕਿਸੇ ਮਸਲੇ ਬਾਰੇ ਹੀ ਨਹੀਂ, ਕਿਸੇ ਘਟਨਾ ਬਾਰੇ ਵੀ ਲਿਖਿਆ ਜਾ ਸਕਦਾ ਹੈ। ਆਪਣੇ ਆਲੇ ਦੁਆਲੇ ਵਿੱਚ ਵਾਪਰੀ ਚੰਗੀ ਘਟਨਾ ਦੀ ਸਿਫਤ ਅਤੇ ਮਾੜੀ ਘਟਨਾ ਦੀ ਨਿੰਦਿਆ ਕਰਦੇ ਹੋਏ ਪੱਤਰ ਲੇਖਕ ਹੋਰ ਪਾਠਕਾਂ ਨੂੰ ਵੀ ਜਾਗਰਿਤ ਕਰਦਾ ਹੋਇਆ ਚੰਗਿਆਈ ਦਾ ਸਾਥ ਦਿੰਦਾ ਹੈ ਅਤੇ ਬੁਰਾਈ ਦਾ ਵਿਰੋਧ ਕਰਦਾ ਹੈ। ਚਿੱਠੀ ਪੱਤਰ ਲਿਖਣ ਦੀ ਸੁਚੱਜੀ ਕਲਾ ਸੰਬੰਧੀ ਬਹੁਤ ਸਾਰੇ ਸੁਝਾਅ ਹਨ, ਵਿਧੀਆਂ ਹਨ, ਢੰਗ ਤਰੀਕੇ ਹਨ। ਇਹ ਸੁਝਾਅ ਚਿੱਠੀ ਪੱਤਰ ਲਿਖਣ ਸੰਬੰਧੀ ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਹਨ ਜਿਨ੍ਹਾਂ ਵੱਲ ਧਿਆਨ ਦਿੱਤਿਆਂ ਚਿੱਠੀ ਪੱਤਰ ਲਿਖਣ ਅਤੇ ਪ੍ਰਾਪਤ ਕਰਨ ਵਾਲੇ ਨੂੰ ਬਹੁਤ ਸਹੂਲਤ ਰਹਿੰਦੀ ਹੈ। ਜਿਵੇਂ ਪਹਿਲਾ ਹੈ ਲਿਖਾਈ। ਚਿੱਠੀ ਪੱਤਰ ਆਮ ਤੌਰ 'ਤੇ ਹੱਥ ਨਾਲ ਲਿਖੇ ਜਾਂਦੇ ਹਨ। ਹੱਥ ਨਾਲ ਲਿਖੇ ਚਿੱਠੀ ਪੱਤਰਾਂ ਵਿੱਚ ਸੁੰਦਰ ਤੇ ਸਾਫ਼ ਲਿਖਾਈ ਦਾ ਬਹੁਤ ਮਹੱਤਵ ਹੁੰਦਾ ਹੈ। ਚਿੱਠੀ ਪੱਤਰ ਉੱਤੇ ਲਿਖੇ ਪਤੇ ਦੇ ਸਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਰਹਿਤ ਸੋਹਣੀ ਅਤੇ ਸਾਫ਼ ਲਿਖਾਈ ਵਿੱਚ ਲਿਖੇ ਪਤੇ ਵਾਲੀ ਚਿੱਠੀ ਸਮੇਂ ਸਿਰ ਅਤੇ ਠੀਕ ਥਾਂ 'ਤੇ ਪਹੁੰਚਦੀ ਹੈ। ਜੇ ਲਿਖਾਈ ਸਾਫ਼ ਤੇ ਸੁੰਦਰ ਹੋਵੇ ਤਾਂ ਉਸ ਦਾ ਸੁਨੇਹਾ ਜਾਂ ਸੂਚਨਾ ਪੜ੍ਹਨ ਵਾਲੇ ਨੂੰ ਸਹੀ ਢੰਗ ਨਾਲ ਪ੍ਰਾਪਤ ਹੋ ਜਾਂਦੀ ਹੈ। ਅੱਜ ਕੱਲ੍ਹ ਕੰਪਿਊਟਰ ਰਾਹੀਂ ਟਾਈਪ ਕੀਤੇ ਚਿੱਠੀ ਪੱਤਰਾਂ ਦਾ ਰੁਝਾਨ ਵੱਧ ਰਿਹਾ ਹੈ। ਇਹਨਾਂ ਵਿੱਚ ਵੀ ਸ਼ਬਦ ਜੋੜਾਂ ਦੀਆਂ ਗਲਤੀਆਂ ਅਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਚਿੱਠੀ ਪੱਤਰ ਲਿਖਣ ਦੀ ਦੂਸਰੀ ਵਿਧੀ ਹੈ ਭਾਸ਼ਾ। ਚਿੱਠੀ ਪੱਤਰ ਦੀ ਭਾਸ਼ਾ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਬੇਨਤੀ ਪੱਤਰਾਂ, ਵਪਾਰਿਕ ਪੱਤਰਾਂ ਅਤੇ ਦਫ਼ਤਰੀ ਪੱਤਰਾਂ ਦੀ ਭਾਸ਼ਾ ਨਿਸ਼ਚਿਤ ਅਤੇ ਰਸਮੀ ਹੁੰਦੀ ਹੈ। ਆਮ ਤੌਰ 'ਤੇ ਗਿਣੇ ਮਿਥੇ ਸ਼ਬਦਾਂ ਅਤੇ ਵਾਕਾਂ ਵਿੱਚ ਗੱਲ ਆਖੀ ਜਾਂਦੀ ਹੈ। ਚਿੱਠੀ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ।
ਇਸ ਲਈ ਗੱਲ ਸੰਖੇਪ ਵਿੱਚ ਕੀਤੀ ਜਾਂਦੀ ਹੈ। ਦੂਜਾ, ਆਮ ਗੱਲਬਾਤ ਨਾਲੋਂ ਥੋੜ੍ਹਾ ਸੰਕੋਚ ਵੀ ਹੁੰਦਾ ਹੈ। ਕਈ ਗੱਲਾਂ ਜਿਹੜੀਆਂ ਆਮ ਬੋਲ ਚਾਲ ਵੇਲੇ ਸਹਿਜ ਸੁਭਾਅ ਕਹਿ ਦਿੱਤੀਆਂ ਜਾਂਦੀਆਂ ਹਨ, ਚਿੱਠੀ ਵਿੱਚ ਲਿਖਣੀਆਂ ਉਚਿਤ ਨਹੀਂ ਜਾਪਦੀਆਂ। ਇਸ ਲਈ ਚਿੱਠੀ ਵਿੱਚ ਕੇਵਲ ਉਹ ਗੱਲ ਹੀ ਲਿਖੀ ਜਾਣੀ ਚਾਹੀਦੀ ਹੈ ਜਿਸ ਨੂੰ ਵਾਰ-ਵਾਰ ਪੜ੍ਹਨ 'ਤੇ ਵੀ ਉਸ ਦਾ ਗਲਤ ਜਾਂ ਉਲਟਾ ਪ੍ਰਭਾਵ ਨਾ ਪਵੇ। ਚਿੱਠੀ ਪੱਤਰ ਕਿਸੇ ਵੀ ਪ੍ਰਕਾਰ ਦੀ ਹੋਵੇ, ਸਾਡੇ ਹੱਥਾਂ ਨਾਲ ਲਿਖੇ ਹੋਣ ਕਾਰਨ ਜਾਂ ਟਾਈਪ ਕੀਤੇ ਹੋਣ 'ਤੇ ਸਾਡੇ ਦਸਤਖਤ ਹੋਣ ਕਾਰਨ ਸਾਡੀ ਆਖੀ ਗੱਲ ਦੀ ਤਸਦੀਕ ਹੁੰਦੀ ਹੈ, ਜਿਸ ਤੋਂ ਮੁੱਕਰਨਾ ਔਖਾ ਹੁੰਦਾ ਹੈ। ਇਸ ਲਈ ਚਿੱਠੀ ਪੱਤਰ ਵਿੱਚ ਲਿਖੇ ਹਰ ਸ਼ਬਦ ਲਈ ਚਿੱਠੀ ਲੇਖਕ ਜ਼ਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਚਿੱਠੀ ਪੱਤਰ ਵਿੱਚ ਸ਼ੁੱਧ ਭਾਸ਼ਾ ਲਿਖਣ, ਪੈਰੇ ਬਣਾਉਣ, ਵਿਸਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਕਰਨ, ਹਾਸ਼ੀਆ ਛੱਡਣ ਆਦਿ ਗੱਲਾਂ ਵੱਲ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਚਿੱਠੀ ਪੱਤਰ ਲਿਖਣ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੁੰਦੀ ਹੈ ਸਿਰਨਾਮਾ। ਇਹ ਪੋਸਟ ਕਾਰਡ ਜਾਂ ਲਿਫਾਫੇ ਦੇ ਬਾਹਰ ਲਿਖਿਆ ਜਾਂਦਾ ਹੈ। ਸਿਰਨਾਮਾ ਲਿਖਣ ਸਮੇਂ ਨਾਂ ਅਤੇ ਪਤਾ ਸਾਫ਼ ਅਤੇ ਠੀਕ ਲਿਖਣਾ ਚਾਹੀਦਾ ਹੈ। ਨਾਂ ਦੇ ਅੱਗੇ ਸਤਿਕਾਰ ਪ੍ਰਗਟ ਕਰਦਾ ਸ਼ਬਦ ਅਤੇ ਨਾਲ ਵਿਅਕਤੀ ਦੀ ਪਦਵੀ ਦਾ ਇਸਤੇਮਾਲ ਕਰਨਾ ਵੀ ਠੀਕ ਹੈ। ਔਰਤਾਂ ਦੇ ਨਾਂ ਲਿਖਣ ਵੇਲੇ ਵੀ ਉਹਨਾਂ ਦੀ ਪਦਵੀ ਜਾਂ ਕੁਮਾਰੀ ਅਤੇ ਸ਼੍ਰੀਮਤੀ ਆਦਿ ਲਿਖਣਾ ਚਾਹੀਦਾ ਹੈ। ਇਸ ਤੋਂ ਬਾਅਦ ਘਰ ਦੇ ਨੰਬਰ, ਫਿਰ ਮੁਹੱਲਾ, ਸ਼ਹਿਰ, ਪਿੰਡ, ਡਾਕਖਾਨਾ, ਅੰਤ ਵਿੱਚ ਜ਼ਿਲ੍ਹਾ ਅਤੇ ਰਾਜ ਦਾ ਨਾਂ ਲਿਖਣਾ ਚਾਹੀਦਾ ਹੈ। ਜੇਕਰ ਪਿੰਨ ਕੋਡ ਪਤਾ ਹੈ ਤਾਂ ਅਖੀਰ ਵਿੱਚ ਪਿੰਨ ਕੋਡ ਜ਼ਰੂਰ ਲਿਖਣਾ ਚਾਹੀਦਾ ਹੈ। ਪਿੰਨ ਕੋਡ ਲਿਖਣ ਨਾਲ ਚਿੱਠੀ ਜਲਦੀ ਠੀਕ ਪਤੇ 'ਤੇ ਪੁੱਜਦੀ ਹੈ। ਅੱਜ ਕੱਲ੍ਹ ਫੋਨ ਨੰਬਰ ਲਿਖਣ ਦਾ ਰੁਝਾਨ ਵੀ ਪ੍ਰਚਲਿਤ ਹੈ। ਜੇ ਚਿੱਠੀ ਪੰਜਾਬ ਤੋਂ ਬਾਹਰ ਭੇਜਣੀ ਹੈ ਤਾਂ ਪਤਾ ਪੰਜਾਬੀ ਦੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਜੇ ਚਿੱਠੀ ਵਿਦੇਸ਼ ਵਿੱਚ ਭੇਜਣੀ ਹੈ ਤਾਂ ਪਤਾ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਆਮ ਤੌਰ 'ਤੇ ਚਿੱਠੀ ਪੱਤਰਾਂ ਦੇ ਆਰੰਭ ਵਿੱਚ ਪੰਨੇ ਦੇ ਸੱਜੇ ਹੱਥ ਵਾਲੇ ਸਿਰੇ ਉੱਤੇ ਪੱਤਰ ਲਿਖਣ ਵਾਲੇ ਦਾ ਆਪਣਾ ਪਤਾ ਲਿਖਿਆ ਜਾਂਦਾ ਹੈ। ਇਹ ਉਸ ਦਾ ਡਾਕ ਦਾ ਪਤਾ ਹੁੰਦਾ ਹੈ। ਜੇ ਪੱਤਰ ਪਿੰਡ ਤੋਂ ਲਿਖਿਆ ਜਾਵੇ ਤਾਂ ਪਹਿਲਾਂ ਪਿੰਡ ਦਾ ਨਾਂ ਲਿਖਿਆ ਜਾਂਦਾ ਹੈ। ਉਸ ਦੇ ਹੇਠਾਂ ਦੂਜੀ ਸਤਰ ਵਿੱਚ ਡਾਕ ਘਰ ਅਤੇ ਤੀਜੀ ਸਤਰ ਵਿੱਚ ਤਹਿਸੀਲ ਅਤੇ ਜ਼ਿਲ੍ਹੇ ਦਾ ਨਾਂ ਲਿਖਿਆ ਜਾਂਦਾ ਹੈ। ਅਗਲੀ ਸਤਰ ਵਿੱਚ ਤਾਰੀਖ ਲਿਖੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੇ ਮੰਤਵ ਤੋਂ ਵਿਦਿਆਰਥੀ ਪ੍ਰੀਖਿਆ ਭਵਨ, ਸਕੂਲ ਦਾ ਨਾਂ, ਸ਼ਹਿਰ ਦਾ ਨਾਂ ਲਿਖ ਕੇ ਤਾਰੀਖ ਲਿਖ ਲੈਂਦੇ ਹਨ। ਜੇਕਰ ਪ੍ਰਸ਼ਨ ਵਿੱਚ ਪੱਤਰ ਲਿਖਣ ਵਾਲੇ ਦਾ ਪਤਾ ਦਰਸਾਇਆ ਗਿਆ ਹੋਵੇ ਤਾਂ ਫਿਰ ਉਹ ਹੀ ਲਿਖਣਾ ਚਾਹੀਦਾ ਹੈ। ਚਿੱਠੀ ਪੱਤਰ ਦਾ ਮੱਧ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਮੱਧ ਭਾਗ ਵਿੱਚ ਪੱਤਰ ਦਾ ਵਿਸ਼ਾ ਵਸਤੂ ਹੁੰਦਾ ਹੈ। ਆਰੰਭ ਦੀਆਂ ਸਤਰਾਂ ਵਿੱਚ ਕਈ ਵਿਅਕਤੀ ਰਾਜੀ ਖੁਸ਼ੀ ਪੁੱਛਦੇ ਹਨ ਜਾਂ ਉਹਨਾਂ ਦਾ ਨਾਮ ਲਿਖਦੇ ਹਨ। ਅੱਜ ਕੱਲ੍ਹ ਪੱਤਰ ਦਾ ਮੱਧ ਭਾਗ ਸਿੱਧੇ ਹੀ ਸ਼ੁਰੂ ਕੀਤਾ ਜਾਂਦਾ ਹੈ। ਵੱਧ ਤੋਂ ਵੱਧ ਕਿਸੇ ਪਹਿਲਾਂ ਮਿਲੇ ਪੱਤਰ ਜਾਂ ਸੂਚਨਾ ਦਾ ਹਵਾਲਾ ਦਿੱਤਾ ਜਾਂਦਾ ਹੈ। ਚਿੱਠੀ ਪੱਤਰਾਂ ਦੇ ਆਕਾਰ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਮੱਧ ਭਾਗ ਮੁੱਕਣ 'ਤੇ ਆਉਂਦਾ ਹੈ ਤਦ ਚਿੱਠੀ ਲਿਖਣ ਦਾ ਮੰਤਵ ਦੁਹਰਾਇਆ ਜਾਂਦਾ ਹੈ ਜਾਂ ਉਸ ਬਾਰੇ ਤਾਕੀਦ ਕੀਤੀ ਜਾਂਦੀ ਹੈ। ਹੋਰ ਨੇੜਲੇ ਮੈਂਬਰਾਂ ਜਾਂ ਪੜ੍ਹਨ ਵਾਲਿਆਂ ਪ੍ਰਤੀ ਸਤਿਕਾਰ ਵੀ ਪ੍ਰਗਟ ਕੀਤਾ ਜਾਂਦਾ ਹੈ। ਚਿੱਠੀ ਦਾ ਅੰਤ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਅੰਤਲੇ ਭਾਗ ਵਿੱਚ ਪੱਤਰ ਲਿਖਣ ਵਾਲਾ ਸੰਬੋਧਨ ਕੀਤੇ ਜਾਣ ਵਾਲੇ ਵਿਅਕਤੀ ਪ੍ਰਤੀ ਆਪਣਾ ਰਿਸ਼ਤਾ ਦੱਸ ਕੇ ਆਪਣਾ ਨਾਂ ਲਿਖਦਾ ਹੈ। ਫਿਰ ਖੱਬੇ ਹੱਥ ਹੇਠਾਂ ਕਰਕੇ
ਪੱਤਰ ਪ੍ਰਾਪਤ ਕਰਨ ਵਾਲੇ ਦਾ ਪੂਰਾ ਡਾਕ ਪਤਾ ਲਿਖਿਆ ਜਾਂਦਾ ਹੈ। ਚਿੱਠੀ ਪੱਤਰ ਲਿਖਣ ਦੀ ਕਲਾ ਬਾਰੇ ਦਿੱਤੇ ਨਿਯਮ ਗਣਿਤ ਦੇ ਨਿਯਮਾਂ ਵਾਂਗ ਨਹੀਂ ਹਨ। ਲਿਖਣ ਵਾਲਾ ਹਰ ਵਿਅਕਤੀ ਆਪਣੀ ਨਿੱਜੀ ਸੋਚ, ਰੁਚੀ ਅਤੇ ਪਸੰਦ ਅਨੁਸਾਰ ਇਹਨਾਂ ਵਿੱਚ ਨਿੱਕੀ ਮੋਟੀ ਤਬਦੀਲੀ ਕਰ ਸਕਦਾ ਹੈ। ਇਸ ਲਈ ਚਿੱਠੀ ਪੱਤਰ ਲਿਖਣ ਦੀਆਂ ਵਿਧੀਆਂ ਨੂੰ ਅਸੀਂ ਸੁਝਾਅ ਹੀ ਕਹਿ ਸਕਦੇ ਹਾਂ। ਉਂਝ ਵੀ ਜੀਵਨ ਦੇ ਹੋਰ ਖੇਤਰਾਂ ਵਿੱਚ ਬਦਲਦੇ ਫੈਸ਼ਨਾਂ ਅਤੇ ਰੁਚੀਆਂ ਵਾਂਗ ਸਮਾਂ ਲੰਘਣ ਨਾਲ ਚਿੱਠੀ ਪੱਤਰ ਲਿਖਣ ਦੇ ਸਲੀਕੇ ਅਤੇ ਤਰੀਕੇ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਹੁਣ ਅਸੀਂ ਚਿੱਠੀ ਪੱਤਰ ਜਾਂ ਬਿਨੇ ਪੱਤਰ ਲਿਖਣ ਦੇ ਢੰਗ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਜਿਸ ਨੂੰ ਚਿੱਠੀ ਲਿਖਣੀ ਹੋਵੇ ਉਸ ਦੇ ਆਰੰਭ ਵਿੱਚ ਕੀ ਲਿਖਣਾ ਹੈ ਅਤੇ ਅੰਤ ਵਿੱਚ ਕੀ ਲਿਖਣਾ ਹੈ। ਜਿਵੇਂ ਜੇਕਰ ਅਸੀਂ ਪਿਤਾ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਪਿਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਜੇਕਰ ਚਿੱਠੀ ਮਾਤਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਮਾਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਵੱਡੇ ਭਰਾ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਵੀਰ ਜੀ, ਅੰਤ ਵਿੱਚ ਆਵੇਗਾ ਤੁਹਾਡਾ ਛੋਟਾ ਭਰਾ। ਛੋਟੇ ਭਰਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਪਿਆਰੇ ਸੋਨੂ, ਭਾਵ ਉਸ ਛੋਟੇ ਭਰਾ ਦਾ ਨਾਂ, ਅੰਤ ਵਿੱਚ ਆਵੇਗਾ ਤੇਰਾ ਵੱਡਾ ਵੀਰ। ਮਿੱਤਰ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਦੋਸਤ, ਅਖੀਰ ਦੇ ਵਿੱਚ ਆਵੇਗਾ ਤੇਰਾ ਮਿੱਤਰ। ਮੁੱਖ ਅਧਿਆਪਕ ਜੀ ਨੂੰ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਪਾਂ ਸਤਿਕਾਰ ਵਜੋਂ ਸ਼੍ਰੀਮਾਨ ਜੀ ਲਿਖਾਂਗੇ, ਅਖੀਰ ਦੇ ਵਿੱਚ ਲਿਖਾਂਗੇ ਆਪ ਜੀ ਦਾ ਆਗਿਆਕਾਰੀ ਜਾਂ ਆਪ ਜੀ ਦਾ ਆਗਿਆਕਾਰ। ਪੁਸਤਕਾਂ ਵੇਚਣ ਵਾਲੇ ਨੂੰ ਬਿਨੇ ਪੱਤਰ ਲਿਖਣਾ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਸ਼੍ਰੀਮਾਨ ਜੀ, ਅੰਤ ਦੇ ਵਿੱਚ ਆਵੇਗਾ ਆਪ ਜੀ ਦਾ ਸ਼ੁਭ ਚਿੰਤਕ। ਨੂੰ ਜਾਂ ਧੀ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਪਿਆਰੀ ਸਪੁੱਤਰੀ, ਅਖੀਰ ਦੇ ਵਿੱਚ ਆਵੇਗਾ ਤੇਰੀ ਮਾਤਾ। ਪੁਰਾਤਨ ਸਮੇਂ ਵਿੱਚ ਚਿੱਠੀ ਪੱਤਰ ਵੱਖ-ਵੱਖ ਤਰੀਕਿਆਂ ਰਾਹੀਂ ਭੇਜੇ ਜਾਂਦੇ ਰਹੇ ਹਨ। ਅੱਜ ਕੱਲ੍ਹ ਇਹ ਕਾਰਜ ਪ੍ਰਮੁੱਖ ਰੂਪ ਵਿੱਚ ਭਾਰਤੀ ਡਾਕ ਵਿਭਾਗ ਕਰ ਰਿਹਾ ਹੈ, ਜੋ ਇਹਨਾਂ ਪੱਤਰਾਂ ਨੂੰ ਰਜਿਸਟਰਡ ਅਤੇ ਅਨਰਜਿਸਟਰਡ ਦੋਹਾਂ ਰੂਪਾਂ ਵਿੱਚ ਵੱਖ-ਵੱਖ ਥਾਵਾਂ 'ਤੇ ਪਹੁੰਚਾਉਂਦਾ ਹੈ। ਸਪੀਡ ਪੋਸਟ ਦੀ ਸੁਵਿਧਾ ਨਾਲ ਇਹ ਕਾਰਜ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ। ਇਸ ਖੇਤਰ ਵਿੱਚ ਨਿੱਜੀ ਕੋਰੀਅਰ ਕੰਪਨੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇੰਟਰਨੈਟ ਦੇ ਵਿਕਸਿਤ ਹੋਣ ਨਾਲ ਈਮੇਲ ਰਾਹੀਂ ਚਿੱਠੀ ਪੱਤਰ ਕੁਝ ਸਕਿੰਟਾਂ ਵਿੱਚ ਹੀ ਕਿਸੇ ਵੀ ਦੂਰੀ 'ਤੇ ਪਹੁੰਚਣ ਦੇ ਸਮਰੱਥ ਹੋ ਗਏ ਹਨ। ਹੁਣ ਅਸੀਂ ਅਖਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਪੱਤਰ ਲਿਖਣ ਦਾ ਅਭਿਆਸ ਕਰਾਂਗੇ। ਸੇਵਾ ਵਿਖੇ ਸੰਪਾਦਕ ਸਾਹਿਬ, ਰੋਜ਼ਾਨਾ ਅਜੀਤ, ਨਹਿਰੂ ਗਾਰਡਨ ਰੋਡ, ਜਲੰਧਰ। ਵਿਸ਼ਾ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਪੱਤਰ। ਸ਼੍ਰੀਮਾਨ ਜੀ, ਬੇਨਤੀ ਇਹ ਹੈ ਕਿ ਮੈਂ ਤੁਹਾਡੇ ਅਖਬਾਰ ਦੇ ਕਾਲਮਾਂ ਰਾਹੀਂ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਮੈਂ ਇਹ ਵੀ ਚਾਹੁੰਦੀ ਹਾਂ ਕਿ ਇਸ ਵਿਸ਼ੇ 'ਤੇ ਕੁਝ ਚਰਚਾ ਛਿੜੇ ਅਤੇ ਇੱਕ ਲੋਕ ਰਾਏ ਬਣ ਸਕੇ। ਅਸੀਂ ਅਖਬਾਰਾਂ ਅਤੇ ਟੈਲੀਵਿਜ਼ਨ ਰਾਹੀਂ ਪੜ੍ਹਦੇ
ਅਤੇ ਵੇਖਦੇ ਹਾਂ ਕਿ ਹਰ ਰੋਜ਼ ਸੜਕਾਂ ਉੱਪਰ ਅਨੇਕਾਂ ਹਾਦਸੇ ਵਾਪਰ ਰਹੇ ਹਨ। ਕਈ ਵਾਰੀ ਤਾਂ ਹਾਦਸੇ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਹੀ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਇੱਕਾ ਦੁੱਕਾ ਜਾਨਲੇਵਾ ਘਟਨਾਵਾਂ ਤਾਂ ਅਣਗਿਣਤ ਹੁੰਦੀਆਂ ਹਨ। ਸੜਕ 'ਤੇ ਸਫ਼ਰ ਕਰਨ ਗਏ ਵਿਅਕਤੀ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਹੈ ਜਿਵੇਂ ਉਹ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਲੜਾਈ ਕਰਨ ਗਿਆ ਹੋਵੇ। ਸਾਨੂੰ ਸੜਕ ਦੁਰਘਟਨਾਵਾਂ ਦੇ ਕਾਰਨਾਂ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ। ਪਿੰਡਾਂ ਅਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਜਾਲ ਵਿਛਣ ਕਾਰਨ ਅਤੇ ਹਰ ਰੋਜ਼ ਤੇਜ਼ ਚੱਲਣ ਵਾਲੀਆਂ ਗੱਡੀਆਂ, ਮੋਟਰਾਂ, ਕਾਰਾਂ ਅਤੇ ਹਵਾਈ ਜਹਾਜ਼ਾਂ ਦੀ ਭਿੰਨ-ਭਿੰਨ ਕੰਮਾਂ ਲਈ ਵਰਤੋਂ ਕਾਰਨ ਆਵਾਜਾਈ ਵੱਧ ਰਹੀ ਹੈ। ਅਣਸਿੱਖਿਅਤ ਡਰਾਈਵਰ, ਨਸ਼ਾ, ਗੱਡੀਆਂ ਵੱਧ ਸਪੀਡ 'ਤੇ ਚਲਾਉਣਾ, ਡਰਾਈਵਿੰਗ ਨਿਯਮਾਂ ਦੀ ਪਾਲਣਾ ਨਾ ਕਰਨਾ, ਇਸ਼ਾਰਿਆਂ ਜਾਂ ਡਿੱਪਰ ਦੀ ਵਰਤੋਂ ਨਾ ਕਰਨਾ, ਸੰਕੇਤ ਚਿੰਨ੍ਹਾਂ ਦੀ ਘਾਟ, ਖਸਤਾ ਹਾਲਤ ਗੱਡੀਆਂ ਨੂੰ ਸੜਕ 'ਤੇ ਚਲਾਉਂਦੇ ਰਹਿਣਾ, ਅਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ, ਸੜਕਾਂ ਦੀ ਹਾਲਤ ਠੀਕ ਨਾ ਹੋਣਾ, ਤੇਜ਼ ਸਪੀਡ, ਕਾਹਲੀ, ਬੇਸਬਰੀ, ਖੱਬੇ ਹੱਥ ਨਾ ਚੱਲਣਾ ਜਾਂ ਰੁਕਣਾ, ਮੁੜਨ ਲਈ ਇਸ਼ਾਰਾ ਨਾ ਕਰਨਾ, ਹਾਰਨ ਦੀ ਪਰਵਾਹ ਨਾ ਕਰਨਾ, ਸੜਕ ਉੱਤੇ ਨਾਲ-ਨਾਲ ਜੋੜੀਆਂ ਬਣਾ ਕੇ ਚੱਲਣਾ, ਮੌਸਮ ਦੀ ਖਰਾਬੀ ਆਦਿ ਸੜਕੀ ਦੁਰਘਟਨਾਵਾਂ ਦੇ ਪ੍ਰਮੁੱਖ ਕਾਰਨ ਹਨ। ਲਾਪਰਵਾਹੀ ਵੀ ਸੜਕਾਂ ਉੱਤੇ ਦੁਰਘਟਨਾਵਾਂ ਦਾ ਮੁੱਖ ਕਾਰਨ ਹੈ। ਸਵਾਰੀਆਂ ਨਾਲ ਖਚਾਖਚ ਭਰੀਆਂ ਬੱਸਾਂ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਛੋਟੇ ਬੱਚੇ ਭੋਲੇਪਣ ਵਿੱਚ ਸੜਕ 'ਤੇ ਖੇਡਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨਾਂ ਕਾਰਨ ਕਈ ਲੋਕ ਬੇਵਕਤ ਦੀ ਮੌਤ ਮਰਦੇ ਹਨ। ਸੜਕੀ ਦੁਰਘਟਨਾਵਾਂ ਨਾਲ ਮਰਦ, ਇਸਤਰੀਆਂ ਅਤੇ ਬੱਚੇ ਅਣਿਆਈ ਮੌਤੇ ਮਰਦੇ ਹਨ। ਕਈ ਬਚ ਤਾਂ ਜਾਂਦੇ ਹਨ ਪਰ ਅੰਗਹੀਣ ਹੋ ਜਾਂਦੇ ਹਨ। ਨਾਲ ਹੀ ਗੱਡੀਆਂ, ਮੋਟਰਾਂ ਬੁਰੀ ਤਰ੍ਹਾਂ ਟੁੱਟ ਭੱਜ ਜਾਂਦੀਆਂ ਹਨ। ਸੜਕ ਹਾਦਸੇ ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿੰਦੇ ਹਨ। ਸੜਕ ਉੱਤੇ ਦੁਰਘਟਨਾਵਾਂ ਸਾਵਧਾਨੀ ਨਾਲ ਹੀ ਰੁਕ ਸਕਦੀਆਂ ਹਨ। ਸੜਕ ਉੱਤੇ ਦੁਰਘਟਨਾਵਾਂ ਸਾਵਧਾਨੀ ਨਾਲ ਹੀ ਰੁਕ ਸਕਦੀਆਂ ਹਨ। ਸੜਕ ਉੱਤੇ ਚੱਲਣ ਸਮੇਂ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਸਾਨੂੰ ਖੱਬੇ ਹੱਥ ਚੱਲਣਾ ਚਾਹੀਦਾ ਹੈ ਅਤੇ ਸੜਕ ਪਾਰ ਕਰਦਿਆਂ ਪਹਿਲਾਂ ਸੱਜੇ ਅਤੇ ਫਿਰ ਖੱਬੇ ਵੇਖਣਾ ਚਾਹੀਦਾ ਹੈ। ਟ੍ਰੈਫਿਕ ਦੇ ਸਿਪਾਹੀ ਦੇ ਇਸ਼ਾਰੇ ਦੀ ਪਾਲਣਾ ਕਰਨੀ ਚਾਹੀਦੀ ਹੈ। ਚੌਂਕ ਵਿੱਚ ਲੱਗੀਆਂ ਬੱਤੀਆਂ ਨੂੰ ਦੇਖ ਕੇ ਲਾਲ ਬੱਤੀ ਉੱਤੇ ਰੁਕਣਾ, ਪੀਲੀ ਬੱਤੀ ਉੱਤੇ ਉਡੀਕਣਾ ਅਤੇ ਹਰੀ ਬੱਤੀ ਉੱਤੇ ਚੱਲਣਾ ਚਾਹੀਦਾ ਹੈ। ਸਰਕਾਰ ਨੂੰ ਸੜਕਾਂ ਚੰਗੀ ਹਾਲਤ ਵਿੱਚ ਰੱਖਣੀਆਂ ਚਾਹੀਦੀਆਂ ਹਨ। ਸੜਕਾਂ ਉੱਤੇ ਸੰਕੇਤਕ ਬੋਰਡ ਲਾਉਣੇ ਚਾਹੀਦੇ ਹਨ।
ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਏ ਨੂੰ ਸੜਕ ਹਾਦਸਿਆਂ ਤੋਂ ਬਚਣ ਲਈ ਚੇਤਨਾ ਲਹਿਰ ਚਲਾਉਣੀ ਚਾਹੀਦੀ ਹੈ। ਨਿਯਮ ਭੰਗ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਗੱਡੀ ਚਾਲਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਕਦੇ ਵੀ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ ਅਨੇਕਾਂ ਕੀਮਤੀ ਜਾਨਾਂ ਦਾ ਬਚਾਅ ਹੋ ਸਕਦਾ ਹੈ ਅਤੇ ਪੰਜਾਬ ਦੀਆਂ ਸੜਕਾਂ 'ਤੇ ਲੱਗਿਆ ਖੂਨੀ ਸੜਕਾਂ ਹੋਣ ਦਾ ਦਾਗ ਮਿਟ ਸਕਦਾ ਹੈ। ਕੋਸ਼ਿਸ਼ ਕਰਦੇ ਰਹਿਣ ਨਾਲ ਸਫਲਤਾ ਜ਼ਰੂਰ ਮਿਲੇਗੀ। ਧੰਨਵਾਦ ਸਹਿਤ ਆਪ ਜੀ ਦੀ ਸ਼ੁਭ ਚਿੰਤਕ ਰਾਜਬੀਰ ਕੌਰ, ਪੰਜਾਬੀ ਅਧਿਆਪਕਾ, ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਮਾਣ, ਜ਼ਿਲ੍ਹਾ ਗੁਰਦਾਸਪੁਰ। ਇਹ ਸੀ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ B ਦੇ ਪਾਠਕ੍ਰਮ ਵਿੱਚ ਸ਼ਾਮਿਲ ਚਿੱਠੀ ਪੱਤਰ। ਅਖਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸੰਬੰਧੀ ਪੱਤਰ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।